ਸਤਿ ਸ਼੍ਰੀ ਅਕਾਲ, ਸਵਾਗਤ ਹੈ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਹਾਂ ਤੁਹਾਡੇ ਨਾਲ ਭੁੱਲਰਜੀਤ ਸਿੰਘ ਦੇ ਬੁਲਟਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਜਾਮ ਦੀ। ਜੀ ਹਾਂ, ਕਿਸਾਨਾਂ ਦੇ ਭਾਰਤ ਬੰਦ ਦਾ ਜ਼ਬਰਦਸਤ ਅਸਰ ਦੇਖਣ ਨੂੰ ਮਿਲ ਰਿਹਾ। ਪੰਜਾਬ ਤੋਂ ਲੈ ਕੇ ਦਿੱਲੀ ਤੱਕ ਇਸ ਦਾ ਅਸਰ ਦਿਖ ਰਿਹਾ। ਸੜਕਾਂ ਤੋਂ ਲੈ ਕੇ ਟ੍ਰੇਨਾਂ ਤੱਕ ਦੀ ਜਿਹੜੀ ਰਫ਼ਤਾਰ ਹੈ ਉਹ ਰੁਕ ਗਈ ਹੈ। ਮੁਸਾਫਿਰ ਪਰੇਸ਼ਾਨ ਹੋ ਰਹੇ ਨੇ ਔਰ ਰੇਲਵੇ ਨੇ ਵੀ ਆਪਣੀਆਂ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਔਰ ਕਈ ਟ੍ਰੇਨਾਂ ਜਿਹੜੀਆਂ ਕਿ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਚੱਲ ਰਹੀਆਂ ਸੀ ਉਹ ਅੱਧ ਵਿਚਾਲੇ ਹੀ ਰੁਕ ਗਈਆਂ ਨੇ। ਤਾਂ ਲਗਾਤਾਰ ਗਰਾਊਂਡ ਜ਼ੀਰੋ ਦੇ ਉੱਪਰ ਨਿਊਜ਼ 18 ਪੰਜਾਬ ਦੀ ਮਹਾ ਕਵਰੇਜ ਵੀ ਜਾਰੀ। ਤੁਹਾਨੂੰ ਦੱਸਾਂਗੇ ਕਿਹੜੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ। ਉਸ ਤੋਂ ਬਿਨਾਂ ਬੈਂਕਾਂ ਨੂੰ ਬੰਦ ਕਰ ਦਿੱਤਾ ਗਿਆ, ਐਮਰਜੈਂਸੀ ਸੇਵਾਵਾਂ ਦੇ ਉੱਪਰ ਕੇਵਲ ਛੋਟ ਦਿੱਤੀ ਗਈ ਔਰ ਸ਼ਾਮ 4 ਵਜੇ ਤੱਕ ਇਹ ਭਾਰਤ ਬੰਦ ਦੀ ਕਾਲ ਹੈ, ਜਿਸ ਦਾ ਅਸਰ ਖਾਸ ਤੌਰ ਦੇ ਉੱਪਰ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਬਕਾਇਦਾ ਨਜ਼ਰ ਆ ਰਿਹਾ। ਤਾਂ ਪਠਾਨਕੋਟ ਤੋਂ ਸ਼ੁਰੂ ਕਰਦੇ ਹਾਂ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, 12 ਤਸਵੀਰਾਂ ਤੁਹਾਨੂੰ ਟੀਵੀ ਸਕਰੀਨ ਦੇ ਉੱਪਰ ਦਿਖਾ ਰਹੇ ਹਾਂ। ਪਹਿਲੀ ਤਸਵੀਰ ਪਠਾਨਕੋਟ ਦੀ ਹੈ। ਪਠਾਨਕੋਟ ਤੋਂ ਬਾਅਦ ਮੋਹਾਲੀ, ਲੁਧਿਆਣਾ, ਨਵਾਂ ਸ਼ਹਿਰ, ਫਿਰ ਬਰਨਾਲਾ, ਫਿਰੋਜ਼ਪੁਰ। ਉਸ ਤੋਂ ਬਾਅਦ ਹਿਮਾਚਲ ਦੀਆਂ ਤਸਵੀਰਾਂ ਨੇ, ਰਿਵਾੜੀ, ਸਿਰਸਾ, ਕਰਨਾਲ, ਹਿਸਾਰ, ਕੁਰੂਕਸ਼ੇਤਰ, ਸੋਨੀਪਤ ਤੋਂ ਅੱਗੇ ਦਿੱਲੀ। ਤਾਂ ਕਰੀਬ ਬਾਰਡਰ ਤੇ ਲੈ ਕੇ ਪੰਜਾਬ ਤੇ ਪਾਕਿਸਤਾਨ ਦਾ ਬਾਰਡਰ ਦੇ ਉੱਪਰ ਪਠਾਨਕੋਟ ਤੋਂ ਲੈ ਕੇ ਸੋਨੀਪਤ ਤੱਕ ਦਾ ਇਹ 2 ਸਟੇਟਾਂ ਦਾ ਜਿਹੜਾ ਕਾਫਲਾ ਜਿਹੜਾ ਸਫ਼ਰ ਹੈ ਉਸ ਤੋਂ ਅੱਗੇ ਦਿੱਲੀ ਆਇਆ। ਤਾਂ ਦਿੱਲੀ ਤੱਕ ਪੰਜਾਬ ਤੋਂ ਲੈ ਕੇ ਜਿਹੜੀਆਂ 3 ਸਟੇਟਾਂ ਨੇ, ਦਿੱਲੀ ਸਮੇਤ ਦੀ ਆਪਾਂ ਗੱਲ ਕਰੀਏ ਤਾਂ ਉਹ ਪ੍ਰਭਾਵਿਤ ਹੋਈਆਂ ਨੇ। ਲੋਕ ਪਰੇਸ਼ਾਨ ਹੋਏ ਨੇ ਔਰ ਦੂਸਰੇ ਪਾਸੇ ਸਾਰੇ ਰੋਡ, ਟ੍ਰੇਨ ਜਿਹੜੀਆਂ ਨੇ ਉਹ ਰੋਕ ਦਿੱਤੀਆਂ ਗਈਆਂ ਨੇ। ਤਾਂ ਟ੍ਰੇਨਾਂ ਦੇ ਮੁਸਾਫਰ ਵੀ ਟ੍ਰੇਨਾਂ ਦੇ ਅੰਦਰ ਬੈਠੇ ਹੋਏ ਨੇ। ਜ਼ਿਆਦਾਤਰ ਮੁਸਾਫਰ ਟ੍ਰੇਨਾਂ ਤੋਂ ਬਾਹਰ ਨਿਕਲ ਆਏ ਨੇ। ਤਾਂ ਲਗਾਤਾਰ ਜਿਹੜੀ ਜਾਮ ਦੀ ਸਥਿਤੀ ਹੈ ਉਹ ਬਣੀ ਹੋਈ ਹੈ ਔਰ ਦਿੱਲੀ ਦੇ ਵਿੱਚ ਵੀ ਜ਼ਬਰਦਸਤ, ਦਿੱਲੀ ਗੁੜਗਾਉਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਜ਼ਬਰਦਸਤ ਸਵੇਰ ਤੋਂ ਹੀ ਜਾਮ ਲੱਗਿਆ ਹੋਇਆ। ਲੰਬੀਆਂ ਕਤਾਰਾਂ ਵਾਹਨਾਂ ਦੀਆਂ ਲੱਗੀਆਂ ਹੋਈਆਂ। ਸਿੱਧਾ ਰੁਕ ਕਰਦੇ ਹਾਂ, ਮੋਗਾ ਚੱਲਦੇ ਹਾਂ। ਮੋਗਾ ਤੋਂ ਸਾਡੇ ਸਹਿਯੋਗੀ ਦੀਪਕ ਸਿੰਘਲਾ ਜੁੜ ਰਹੇ ਨੇ। ਦੀਪਕ, ਤਾਂ ਅਸਰ ਦਿਖ ਰਿਹਾ ਹੈ, ਭਰਪੂਰ ਮੁਕੰਮਲ ਅਸਰ ਦਿਖ ਰਿਹਾ ਬੰਦ ਦਾ। ਪੰਜਾਬ, ਹਰਿਆਣਾ, ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਕਿਸ ਤਰੀਕੇ ਦਾ ਨਜ਼ਾਰਾ, ਤਸਵੀਰਾਂ ਨਹੀਂ ਜਾਣਨਾ ਚਾਹੁੰਦੇ ਹਾਂ। ਜਿਹੜਾ ਬਿਜਲੀ ਵਾਲਾ ਮਸਲਾ ਲੈ ਕੇ ਜਾ ਰਿਹਾ ਹੈ ਪੁਲਰ, ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਸਵੇਰ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਧਰਨਾ ਪ੍ਰਦਰਸ਼ਨ ਚੱਲਣਗੇ ਔਰ ਰੋਡ ਜਾਮ ਕੀਤੇ ਜਾਣਗੇ। ਅਸੀਂ ਇਸ ਟਾਈਮ ਮੌਜੂਦ ਹਾਂ ਮੋਗਾ ਫਿਰੋਜ਼ਪੁਰ ਰੋਡ ਤੇ, ਪਿੰਡ ਡਗਰੂ ਦੇ ਕੋਲ। ਇਹ ਰੋਡ ਹੈ ਜਿਹੜਾ ਫਿਰੋਜ਼ਪੁਰ ਨੂੰ ਜਾਂਦਾ ਹੈ ਔਰ ਜਿਹੜੇ ਕਿਸਾਨ ਵੀਰ ਨੇ ਸਵੇਰੇ 6 ਵਜੇ ਤੋਂ ਲੈ ਕੇ 4 ਵਜੇ ਤੱਕ ਇੱਥੇ ਧਰਨੇ ਤੇ ਬੈਠੇ। ਮੈਂ ਦਿਖਾਵਾਂਗਾ ਕਿ ਰੇਲਵੇ ਟਰੈਕ ਤੇ ਜਿਹੜਾ ਟੈਂਟ ਲਗਾਏ ਹੋਏ ਨੇ। ਟੈਂਟ ਲਗਾ ਕੇ ਜਿਹੜੇ ਕਿਸਾਨ ਵੀਰ ਬੈਠੇ ਨੇ, ਮਹਿਲਾਵਾਂ ਵੀ ਨਾਲ ਨੇ ਔਰ ਰੋਸ਼ ਵਿਅਕਤ ਕਰ ਰਹੀਆਂ ਔਰ ਸ਼ਾਮ 4 ਵਜੇ ਤੱਕ ਜਿਹੜਾ ਇਹ ਧਰਨਾ ਰਹੇਗਾ। ਹਾਲਾਂਕਿ ਸਵੇਰੇ 6 ਵਜੇ ਜਿਹੜਾ ਇੱਥੇ ਧਰਨਾ ਸ਼ੁਰੂ ਹੋ ਗਿਆ ਸੀਗਾ ਔਰ ਇੱਕ ਮੋਗਾ ਦੇ ਥਾਣੇਦਾਰ ਜਿਹੜੇ SHO ਸਦਰ ਹੈ ਉਹ ਵੀ ਇੱਥੇ ਪਹੁੰਚੇ ਸੀ ਔਰ ਉਹਨਾਂ ਨੇ ਕਿਸਾਨਾਂ ਨੂੰ ਧਰਨਾ ਉਠਾਉਣ ਦੀ ਵੀ ਗੱਲ ਕੀਤੀ ਸੀ, ਕਿਉਂਕਿ ਉਹਨਾਂ ਦਾ ਕਹਿਣਾ ਸੀ 7 ਵਜੇ ਤੋਂ ਬਾਅਦ ਜਿਹੜਾ ਧਰਨਾ ਲਗਾਇਆ ਜਾਵੇ। ਲੇਕਿਨ ਕਿਸਾਨ ਲਗਾਤਾਰ ਜਿਹੜੀ ਕਿ 6 ਵਜੇ ਦੀ ਕਾਲ ਦਿੱਤੀ ਹੋਈ ਸੀ, 6 ਵਜੇ ਦੀ ਕਾਲ ਨੂੰ ਲੈ ਕੇ ਲਗਾਤਾਰ ਧਰਨੇ ਤੇ ਬੈਠੇ ਨੇ। ਰੇਲਵੇ ਟਰੈਕ ਹੈ ਇੱਥੇ, ਰੇਲਵੇ ਟਰੈਕ ਤੇ ਜਿਹੜਾ ਟੈਂਟ ਲਗਾਇਆ ਹੋਇਆ ਔਰ ਟੈਂਟ ਲਗਾ ਕੇ ਕਿਸਾਨਾਂ ਨੇ ਰੋਡ ਜਾਮ ਕੀਤਾ। ਹਾਲਾਂਕਿ ਐਮਰਜੈਂਸੀ ਸੇਵਾਵਾਂ ਜਿਹੜੀਆਂ ਉਹ ਚਾਲੂ ਨੇ, ਕਿਉਂਕਿ 5 ਮਿੰਟ ਪਹਿਲਾਂ ਹੀ ਇੱਥੇ ਇੱਕ ਐਂਬੂਲੈਂਸ ਲੰਘੀ ਸੀਗੀ। ਐਂਬੂਲੈਂਸ ਨੂੰ ਲੰਘਾਇਆ ਗਿਆ ਕਿਸਾਨ ਵੀਰਾਂ ਵੱਲੋਂ ਔਰ ਇੱਕ ਪ੍ਰਾਈਵੇਟ ਕਾਰ ਦੇ ਵਿੱਚ ਪੇਸ਼ੈਂਟ ਸੀਗਾ, ਉਹਨਾਂ ਨੂੰ ਵੀ ਇੱਥੋਂ ਕੱਢਿਆ ਗਿਆ। ਸਿਰਫ ਐਮਰਜੈਂਸੀ ਸੇਵਾਵਾਂ ਉਹਨਾਂ ਨੂੰ ਛੂਟ ਦਿੱਤੀ ਗਈ ਹੈ। ਕਿਸਾਨ ਵੀਰ ਨੇ ਇਹਨਾਂ ਨਾਲ ਗੱਲ ਕਰਾਂਗੇ ਕੀ ਕਹਿਣਾ ਹੈ, ਕਿਉਂਕਿ ਸਵੇਰੇ ਜਿਹੜੇ ਇੱਕ SHO ਸਾਹਿਬ ਇੱਥੇ ਆਏ ਸੀ ਉਹਨਾਂ ਵੱਲੋਂ ਵੀ ਧਰਨਾ ਉਠਵਾਉਣ ਦੀ ਗੱਲ ਕੀਤੀ ਗਈ ਸੀ। ਵੀਰ ਜੀ, ਕੀ ਕਹੋਗੇ? ਲਗਾਤਾਰ ਕਿਸਾਨ ਵੀਰ ਜਿਹੜੇ ਧਰਨਾ ਤੇ ਬੈਠੇ ਹੋਏ ਨੇ, ਅੱਜ 4 ਵਜੇ ਤੱਕ ਜਿਹੜਾ 4 ਵਜੇ ਤੱਕ ਜਿਹੜਾ ਪ੍ਰਦਰਸ਼ਨ ਚੱਲਦਾ। ਹਾਂਜੀ, ਇਹ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਰੱਦ ਨਹੀਂ ਹੁੰਦੇ, ਉਹਨਾਂ ਚਿਰ ਧਰਨੇ ਇਸੇ ਤਰ੍ਹਾਂ ਚੱਲਦੇ ਰਹਿਣਗੇ। ਅੱਜ ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆ, ਉਸ ਦੇ ਤਹਿਤ ਹੀ ਇਹ ਸਾਰਾ ਕੁਝ ਚੱਲ ਰਿਹਾ। ਸਵੇਰ 6 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਇਹ ਚੱਲਦਾ ਰਹੂਗਾ ਜੀ। ਜੋ ਸੰਯੁਕਤ ਮੋਰਚੇ ਵੱਲੋਂ ਸਾਨੂੰ ਹੁਕਮ ਆਊਗਾ ਅਸੀਂ ਉਹਦੇ ਮੁਤਾਬਕ ਇਹ ਸਾਰਾ ਕੁਝ ਕਰਦੇ ਹਾਂ। ਜਦੋਂ ਵੀ ਆਊਗਾ, ਭਾਵੇਂ 2 ਘੰਟੇ ਦਾ ਆਉਂਦਾ ਉਦੋਂ ਅਸੀਂ 2 ਘੰਟੇ ਦੇ ਕਰਦੇ ਹਾਂ। ਜੇ ਸਾਰੇ ਦਿਨ ਦਾ ਆਉਂਦਾ, ਸਾਰੇ ਦਿਨ ਦਾ ਕਰਦੇ ਹਾਂ। ਅੱਧੇ ਦਿਨ ਦਾ ਆਉਂਦਾ ਤਾਂ ਅੱਧੇ ਦਿਨ ਦਾ ਅਸੀਂ ਉਹਨਾਂ ਦੇ ਹੁਕਮਾਂ ਤੇ ਪਹਿਰਾ ਦਿੰਦੇ ਆ ਹਮੇਸ਼ਾ। ਕਿਸ ਤਰ੍ਹਾਂ ਦੀ ਸੇਵਾਵਾਂ ਚਾਲੂ ਨੇ ਜੀ ਅੱਜ, ਕਿਉਂਕਿ ਐਮਰਜੈਂਸੀ ਸੇਵਾਵਾਂ ਤੁਸੀਂ ਦੱਸਿਆ ਚਾਲੂ? ਠੀਕ ਹੈ। ਤਾਂ ਕਿਸਾਨ ਡਟੇ ਹੋਏ ਨੇ। ਲਗਾਤਾਰ ਜਿਹੜੀ ਕਾਲ ਦਿੱਤੀ ਗਈ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ। ਤਾਂ ਦੀਪਕ, ਲਗਾਤਾਰ ਤੁਸੀਂ ਬਣ ਰਹੇ ਹੋ ਸਾਡੇ ਨਾਲ। ਤਾਂ ਸਾਡੇ ਨਾਲ ਇਸ ਵੇਲੇ ਸ਼ੰਭੂ ਬੈਰੀਅਰ ਤੋਂ ਸਾਡੇ ਸਹਿਯੋਗੀ ਮਨੋਜ ਰਾਠੀ ਵੀ ਜੁੜ ਰਹੇ ਨੇ। ਮਨੋਜ, ਤਾਂ ਪੂਰੇ ਪੰਜਾਬ ਦੇ ਵਿੱਚ ਕੀ ਹਰਿਆਣਾ ਦੇ ਵਿੱਚ, ਦਿੱਲੀ ਦੇ ਵਿੱਚ ਵੀ ਜਿਹੜਾ ਹੈ ਉਹ ਅਸਰ ਦੇਖਣ ਨੂੰ ਮਿਲ ਰਿਹਾ। ਤਾਂ ਸ਼ੰਭੂ ਇੱਕ ਬੈਰੀਅਰ ਆ 2 ਸਟੇਟਾਂ ਨੂੰ ਜੋੜਦਾ। ਤਾਂ ਸ਼ੰਭੂ ਬੈਰੀਅਰ ਦੇ ਉੱਪਰ ਕੀ ਤਾਜ਼ਾ ਸਥਿਤੀ ਹੈ, ਜਾਣਨਾ ਚਾਹੁੰਦੇ ਹਾਂ। देखो पुलर सवेरे 6 वजे तो लैके असी कोशिश की ग्राउंड जीरो ते कि किस तरह की तस्वीर जी है कि ਜਿਹੜੇ किसान है वो किस तरह सड़कों पर बैठे हैं। तो लगातार ये लेकिन एक इन्ना पहला जो सद्दा दिता गया सीगा, प्रैस कॉन्फ्रेंस भी की गई सी कि 27 तारीख को यानी अज भारत बंद है। इस करके लोगों को भी अपील बार बार की सी कि घर तो बाहर विजूल च ना निकल। जी एमरजेंसी सेवावां ने उन्होंने वास्ते परमिशन उन्होंने दी गई है। जोड़े भी स्टूडेंट्स ने, जोड़े एग्जाम्स ने, उन्होंने भी आई कार्ड जो दे के चैक करके उन्होंने भेजा जा रहा है। शंभू बैरीयर से असी कोशिश की लगातार लाइव तस्वीर दिखाने की। तो हुण असी कोशिश कर रहे हैं कि लोकेशन चेंज करने की। 10 किलोमीटर अगे होर असी पहुंचे हाँ, जिहड़ा
ਸ਼ੰਭੂ ਤੇ ਟਿਪਰਾ ਰੋਡ ਤੇ ਜਿੱਥੇ ਜਿਹੜਾ ਇਹ ਵੀ ਹਾਈਵੇ ਹੈ ਜਿੱਥੇ ਜਾਮ ਜਿਹੜਾ ਹੈ ਉਹ ਲਾਇਆ ਹੋਇਆ ਇਹਨਾਂ ਨੇ ਟਰੈਕਟਰ ਟਰਾਲੀ ਜਿਹੜੀ ਹੈ ਖੜ ਕੇ ਤੇ ਕੋਸ਼ਿਸ਼ ਜਿਹੜੀ ਹੈ ਸਾਡੀ ਇਹ ਹੈਗੀ ਲੋਕਾਂ ਨੂੰ ਵੀ ਬਾਰ-ਬਾਰ ਇਹੀ ਅਪੀਲ ਹੈ ਕਿ ਤੁਸੀਂ ਫਿਜ਼ੂਲ ਚ ਘਰ ਤੋਂ ਨਾ ਨਿਕਲੋ ਕਿਉਂਕਿ ਲਗਾਤਾਰ ਕਿਸਾਨਾਂ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਕਿ ਜਿਹੜੀ ਅਸੀਂ ਸਾਡਾ ਪ੍ਰੋਟੈਸਟ ਹੈ ਪੀਸਫੁਲੀ ਪ੍ਰੋਟੈਸਟ ਸਾਡਾ ਹੈਗਾ ਤੇ ਕੋਸ਼ਿਸ਼ ਅਸੀਂ ਕਰਾਂਗੇ ਕਿ ਲੋਕਾਂ ਨੂੰ ਪ੍ਰੋਬਲਮ ਨਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਇਸ ਕਰਕੇ ਅਸੀਂ ਲਗਾਤਾਰ ਕੋਸ਼ਿਸ਼ ਵੀ ਕਰ ਰਹੇ ਜਿਹੜੇ ਲੀਡਰਸ ਨੇ ਕਿਸਾਨ ਲੀਡਰਸ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਤੇ ਗਰਾਊਂਡ ਜ਼ੀਰੋ ਤੇ ਸਾਡੀ ਕੋਸ਼ਿਸ਼ ਹੈ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਤੇ ਜਿਹੜੇ ਇੱਥੇ ਦੇ ਲੀਡਰਸ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਸਰ ਤੁਸੀਂ ਇੱਥੇ ਸਾਰੇ ਮੌਜੂਦ ਹੋ ਸਵੇਰ ਤੋਂ ਹੀ 6 ਵਜੇ ਤੋਂ ਲੈ ਕੇ ਸਾਡੀ ਵੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਵੀ ਅਪੀਲ ਕਰ ਰਹੇ ਹਾਂ ਬਿਲਕੁਲ ਠੀਕ ਹੈ ਕਿਸ ਤਰ੍ਹਾਂ ਦੀ ਸਿਚੁਏਸ਼ਨ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਤੇ ਅਸੀਂ ਸ਼ੰਭੂ ਤੇ ਵੀ ਕੋਸ਼ਿਸ਼ ਕੀਤੀ ਹੈ ਉੱਥੇ ਵੀ ਲੋਕਾਂ ਦਾ ਜਿਹੜਾ ਇਕੱਠ ਹੈ ਉਹ ਵੇਖਣ ਨੂੰ ਅਸੀਂ ਸਵੇਰ ਤੋਂ ਹੀ 6 ਵਜੇ ਤੋਂ ਸਾਰੇ ਨਗਰ ਖਾਸਪੁਰ ਦੀ ਪੰਚਾਇਤ ਸਾਰੇ ਨਗਰ ਵਾਸੀ ਜ਼ਿਮੀਂਦਾਰ ਕਿਸਾਨ ਮਜ਼ਦੂਰ ਏਕਤਾ ਸਾਰੇ ਹੀ ਇੱਥੇ ਸਵੇਰ ਤੋਂ 7 ਵਜੇ ਤੋਂ 6 ਵਜੇ ਤੋਂ ਲੈ ਕੇ ਬੈਠੇ ਹਾਂ ਕੋਈ ਵੀ ਬੰਦਾ ਇੱਥੇ ਸਾਡੇ ਨਾਕੇ ਤੇ ਆਉਂਦਾ ਹੈ ਅਸੀਂ ਕਿਸੇ ਨੂੰ ਇੱਥੋਂ ਕ੍ਰਾਸ ਨਹੀਂ ਕਰਨ ਦਿੰਦੇ ਤੇ ਦੂਜਾ ਜੋ ਕੋਈ ਐਮਰਜੈਂਸੀ ਕਿਸੇ ਨੂੰ ਵੀ ਕੋਈ ਬਿਮਾਰ ਹੈ ਜਾਂ ਕੋਈ ਐਂਬੂਲੈਂਸ 'ਚ ਆਇਆ ਕੋਈ ਵੀ ਕਿਸੇ ਦੀ ਬਿਮਾਰੀ ਕਿਸੇ ਦਾ ਪੇਪਰ ਹੈ ਐਗਜ਼ਾਮ ਹੈ ਕਿਸੇ ਬੰਦੇ ਦਾ ਉਹਨੂੰ ਕਿਸੇ ਨੂੰ ਰੋਕਦੇ ਉਹਨੂੰ ਅਸੀਂ ਜਾਣ ਦਿੰਦੇ ਹਾਂ ਕੋਈ ਧੱਕੇਸ਼ਾਹੀ ਨਹੀਂ ਕਿਸੇ ਨਾਲ ਕਰਦੇ ਬਾਕੀ ਜਿੰਨੇ ਵੀ ਕੋਈ ਬੰਦੇ ਜਿਹੜੇ ਆਉਣੇ ਆ ਉਹਨਾਂ ਨੂੰ ਇੱਥੋਂ ਵਾਪਸ ਮੋੜ ਦਿੱਤਾ ਜਾਂਦਾ ਹੈ ਵੀ ਅਸੀਂ ਅੱਗੇ ਨਹੀਂ ਜਾਣ ਦੇਣਾ ਕਿੰਨੇ ਵਜੇ ਤੱਕ ਰਹਿਣਾ ਇਹ 4 ਵਜੇ ਤੱਕ ਚੱਲਣਾ ਜੀ ਹਾਂਜੀ 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 ਤੇ ਭੁੱਲਰ ਲਗਾਤਾਰ ਗਰਾਊਂਡ ਜ਼ੀਰੋ ਤੇ ਕੋਸ਼ਿਸ਼ ਅਸੀਂ ਕੀਤੀ ਹੈ ਸਵੇਰ ਤੋਂ ਲੈ ਕੇ ਬਨੂੜ ਤੋਂ ਲੈ ਕੇ ਜਿਹੜਾ ਅਜੀਜ਼ਪੁਰ ਟੋਲ ਪਲਾਜ਼ਾ ਹੈ ਜ਼ੀਰਕਪੁਰ ਦੀ ਅਸੀਂ ਗੱਲ ਕਰੀਏ ਪਟਿਆਲੇ ਦੀ ਸ਼ੰਭੂ ਬੈਰੀਅਰ ਦੀ ਤਸਵੀਰਾਂ ਤੁਹਾਨੂੰ ਦਿਖਾਈਏ ਤੇ ਲਗਾਤਾਰ ਜਿਹੜੇ ਕਿਸਾਨ ਆਗੂ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਤੇ ਇਹਨਾਂ ਦਾ ਜਿਹੜਾ ਮਕਸਦ ਹੈ ਜਿਹੜਾ ਦੀ ਇਹਨਾਂ ਦੀ ਮਨਸ਼ਾ ਹੈ ਉਹ ਕਿਸੇ ਨੂੰ ਪਰੇਸ਼ਾਨ ਜਾਂ ਤੰਗ ਕਰਨ ਦੇ ਨਹੀਂ ਹੈ ਜਿਹੜੇ ਪੀਸਫੁਲ ਤਰੀਕੇ ਨਾਲ ਜਿਹੜਾ ਪ੍ਰੋਟੈਸਟ ਕਰਨ ਦੀ ਜਿਹੜੀ ਗੱਲ ਕੀਤੀ ਗਈ ਹੈ 1 ਵਜੇ ਦਾ ਸਮਾਂ ਹੋ ਚੱਲਿਆ ਪੁੱਲਰ ਤੇ ਗਰਾਊਂਡ ਜ਼ੀਰੋ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੱਖ-ਵੱਖ ਜਿਹੜੀ ਲੋਕੇਸ਼ਨ ਚੇਂਜ ਕਰਨ ਦਾ ਸਾਡਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਵੀ ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਕਿਹੜੇ ਰੋਡਸ ਵੀ ਡਾਇਵਰਟ ਕੀਤੇ ਗਏ ਨੇ ਜੇ ਆਪਾਂ ਗੱਲ ਕਰੀਏ ਟਰਾਈ ਸਿਟੀ ਵੀ ਚੰਡੀਗੜ੍ਹ ਪੁਲਿਸ ਦਾ ਵੀ ਇੱਕ ਪ੍ਰੈਸ ਰਿਲੀਜ਼ ਜਾਰੀ ਹੋਇਆ ਸੀ ਕਿਹੜੇ ਰੂਟਸ ਜਿਹੜੇ ਡਾਇਵਰਟ ਟੁਵਰਡਸ ਜ਼ੀਰਕਪੁਰ ਦੀ ਅਸੀਂ ਗੱਲ ਕਰੀਏ ਟੁਵਰਡਸ ਪੰਚਕੂਲਾ ਦੀ ਅਸੀਂ ਗੱਲ ਕਰੀਏ ਤੇ ਅਸੀਂ ਸ਼ੰਭੂ ਬਾਰਡਰ ਤੇ ਵੀ ਸਵੇਰ ਤੋਂ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕਿ ਕਿਸ ਤਰ੍ਹਾਂ ਦੀ ਪ੍ਰੋਬਲਮਸ ਹਾਲਾਂਕਿ ਲੋਕਾਂ ਦਾ ਵੀ ਇਹ ਕਹਿਣਾ ਕਿ ਅਸੀਂ ਇਹਨਾਂ ਦਾ ਜਿਹੜਾ ਸਮਰਥਨ ਕਰ ਰਹੇ ਹਾਂ ਫੁੱਲ ਸਪੋਰਟ ਦੇ ਰਹੇ ਲੇਕਿਨ ਜਿਨ੍ਹਾਂ ਨੂੰ ਐਮਰਜੈਂਸੀ ਹੈ ਉਹ ਆਪਣਾ ਆਈ ਕਾਰਡ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀ ਐਗਜ਼ਾਮ ਹੈ ਉਹਦਾ ਆਈ ਕਾਰਡ ਜਿਹੜਾ ਸ਼ੋਅ ਕਰਕੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹਾਲਾਂਕਿ ਰੋਡ ਜਿਹੜਾ ਹੈ ਉਹ ਬਲੌਕ ਕੀਤਾ ਹੈ ਜੇ ਆਪਾਂ ਗੱਲ ਕਰੀਏ ਸ਼ੰਭੂ ਬੈਰੀਅਰ ਤੋਂ 10 ਕਿਲੋਮੀਟਰ ਅਸੀਂ ਅੱਗੇ ਪਹੁੰਚੇ ਆ ਜਿੱਥੇ ਸ਼ੰਭੂ ਬੈਰੀਅਰ ਦੀ ਵੀ ਤਸਵੀਰਾਂ ਤੁਹਾਨੂੰ ਦਿਖਾਈ ਸੀ ਜਿਹੜੇ ਲੀਡਰਸ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਤੇ ਕੋਸ਼ਿਸ਼ ਸਾਡੀ ਇਹੀ ਹੈ ਕਿ ਗਰਾਊਂਡ ਜ਼ੀਰੋ ਤੇ ਜਿਹੜੇ ਕਿਸਾਨ ਆਗੂ ਇੱਥੇ ਬੈਠੇ ਨੇ ਸਵੇਰ 6 ਵਜੇ ਤੋਂ ਲੈ ਕੇ ਇੱਥੇ ਬੈਠੇ ਹੋਏ ਨੇ ਛੋਟੇ ਬੱਚੇ ਵੀ ਉਹਨਾਂ ਦੇ ਨਾਲ ਨੇ ਜਿਹੜੇ ਯੰਗਸਟਰਸ ਨੇ ਉਹ ਵੀ ਨਾਲ ਨੇ ਤੇ ਪੁੱਲਰ ਸਾਡੀ ਕੋਸ਼ਿਸ਼ ਇਹੀ ਹੈ ਕਿ ਗਰਾਊਂਡ ਜ਼ੀਰੋ ਤੇ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਦਿਖਾਈ ਜਾਵੇ ਲਗਾਤਾਰ ਸਾਰੇ ਜ਼ਿਲ੍ਹਿਆਂ ਦੀ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਜਿਹੜਾ ਰੇਲਵੇ ਜਿਹੜਾ ਹੈਗਾ ਉੱਥੇ ਵੀ ਜਾਮ ਕੀਤਾ ਹੋਇਆ ਹੈ ਸਭ ਤੋਂ ਪਹਿਲਾਂ ਨਿਊਜ਼ ਦੀ ਗੱਲ ਕਰੀਏ ਤਾਂ ਗਰਾਊਂਡ ਰਿਐਲਿਟੀ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਸ਼ੰਭੂ ਬਾਰਡਰ ਤੋਂ ਤਸਵੀਰਾਂ ਨੇ ਤਾਂ ਫਿਲਹਾਲ ਦੇ ਲਈ ਮਨੋਜ ਤੁਸੀਂ ਲਗਾਤਾਰ ਬਣੇ ਰਹੋ ਗਰਾਊਂਡ ਜ਼ੀਰੋ ਦੇ ਉੱਪਰ ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਤਾਂ ਲਗਾਤਾਰ ਦਰਸ਼ਕਾਂ ਨੂੰ ਅਪੀਲ ਕਰ ਰਹੇ ਕਿ ਜਿਹੜੇ ਲੋਕੀ ਬਾਹਰ ਜਾਣਾ ਚਾਹੁੰਦੇ ਨੇ ਸਿਰਫ ਉਹੀ ਬਾਹਰ ਜਾਣ ਜਿਨ੍ਹਾਂ ਦਾ ਬੇਹੱਦ ਜ਼ਰੂਰੀ ਹੈ ਜਿਨ੍ਹਾਂ ਦੇ ਕੋਲ ਕੋਈ ਆਈ ਕਾਰਡ ਹੈਗਾ ਜਿਨ੍ਹਾਂ ਦੀ ਕੋਈ ਅਪਾਇੰਟਮੈਂਟ ਲਈ ਹੈ ਜਾਂ ਜਿਨ੍ਹਾਂ ਨੇ ਡਾਕਟਰ ਕੋਲ ਜਾਣਾ ਕਿਤੇ ਵੀ ਜਿਨ੍ਹਾਂ ਕੋਲ ਐਮਰਜੈਂਸੀ ਹੈ ਉਹੀ ਸਿਰਫ ਬਾਹਰ ਨਿਕਲਣ ਅਦਰਵਾਈਜ਼ ਤੁਸੀਂ ਸ਼ਾਮ 4 ਵਜੇ ਤੱਕ ਆਪਣੇ ਘਰਾਂ ਵਿੱਚ ਰਹੋ ਤੁਹਾਡੇ ਲਈ ਠੀਕ ਹੋਵੇਗਾ ਕਿਉਂਕਿ ਹਰ ਇੱਕ ਪਾਸੇ ਜੇਕਰ ਤੁਸੀਂ ਪੰਜਾਬ ਹਰਿਆਣਾ ਦੀ ਗੱਲ ਕਰੀ ਜਾਵੇ ਤਾਂ ਖਾਸ ਤੌਰ ਦੇ ਉੱਪਰ ਦੋ ਸਟੇਟਾਂ ਦੇ ਵਿੱਚ ਇਸ ਜਿਹੜਾ ਬੰਦ ਦਾ ਬਹੁਤ ਅਸਰ ਦਿਖ ਰਿਹਾ ਤਾਂ 18 ਤਸਵੀਰਾਂ ਤੁਹਾਨੂੰ ਹੁਣ ਅਸੀਂ ਟੀਵੀ ਸਕਰੀਨ ਦੇ ਉੱਪਰ ਦਿਖਾ ਰਹੇ ਹਾਂ ਜਿਹੜੀਆਂ ਕਿ ਪੰਜਾਬ ਤੇ ਹਰਿਆਣੇ ਦੀ ਇੱਕ ਤਸਵੀਰ ਪੇਸ਼ ਕਰਦੀਆਂ ਨੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਭਾਰਤ ਬੰਦ ਦਾ ਅਸਰ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਤਾਂ ਪਹਿਲੀ ਤਸਵੀਰ ਪਟਿਆਲਾ ਦੀ ਆ ਪਟਿਆਲਾ ਦੇ ਵਿੱਚ ਵੀ ਸਵੇਰ ਵੇਲੇ ਤੋਂ 6 ਵਜੇ ਤੋਂ ਹੀ ਕਿਸਾਨ ਡਟੇ ਹੋਏ ਨੇ ਸਾਰੇ ਹਾਈਵੇ ਬੰਦ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਫਰੀਦਕੋਟ ਨਵਾਂ ਸ਼ਹਿਰ ਫਾਜ਼ਿਲਕਾ ਮੋਗਾ ਪਠਾਨਕੋਟ ਤੋਂ ਬਾਅਦ ਮੋਹਾਲੀ ਲੁਧਿਆਣਾ ਬਰਨਾਲਾ ਤਾਂ ਉਸ ਤੋਂ ਬਾਅਦ ਗਾਜ਼ੀਪੁਰ ਬਾਰਡਰ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਉੱਥੇ ਵੀ ਸਵੇਰ ਤੋਂ ਕਿਸਾਨ ਡਟੇ ਹੋਏ ਨੇ ਉਸ ਤੋਂ ਬਾਅਦ ਹਰਿਆਣੇ ਦੀ ਤਸਵੀਰਾਂ ਨੇ ਪਾਣੀਪਤ ਗੋਹਾਣਾ ਕੁਰਕਸ਼ੇਤਰ ਸਿਰਸਾ ਕਰਨਾਲ ਹਿਸਾਰ ਹਾਂਸੀ ਤੇ ਸੋਨੀਪਤ 18 ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿਸ ਦੇ ਵਿੱਚ 9 ਤਸਵੀਰਾਂ ਹਰਿਆਣਾ ਦੀਆਂ ਨੇ 9 ਤਸਵੀਰਾਂ ਜਿਹੜੀਆਂ ਹੈਗੀਆਂ ਨੇ ਉਹ ਪੰਜਾਬ ਦੀਆਂ ਨੇ ਤਾਂ ਅਸਰ ਤੁਸੀਂ ਦੇਖ ਸਕਦੇ ਹੋ ਰੋਡਸ ਤੋਂ ਲੈ ਕੇ ਟ੍ਰੇਨਸ ਤੱਕ ਸਾਰੀਆਂ ਰੋਕ ਦਿੱਤੀਆਂ ਗਈਆਂ ਨੇ ਕਈ ਟ੍ਰੇਨਸ ਦੇ ਰੂਟ ਡਾਈਵਰਟ ਕਰ ਦਿੱਤੇ ਗਏ ਹਨ ਕਈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਔਰ ਕਈ ਟ੍ਰੇਨਾਂ ਹਾਲੇ ਵੀ ਜਿਹੜੀਆਂ ਕਿ ਅੱਧ ਵਿਚਾਲੇ ਚੱਲ ਪਈਆਂ ਸੀਗੀਆਂ ਜਿਹੜੀਆਂ ਉਹ ਅੱਧ ਵਿਚਾਲੇ ਹੀ ਖੜੀਆਂ ਨੇ ਜਿਨ੍ਹਾਂ ਦੇ ਵਿੱਚੋਂ ਗੱਲ ਕੀਤੀ ਜਾਵੇ ਤਾਂ ਕਈ ਟ੍ਰੇਨਾਂ ਫਿਰੋਜ਼ਪੁਰ ਛਾਉਣੀ ਤੋਂ ਚੱਲੀਆਂ ਸੀ ਔਰ ਕਈ ਟ੍ਰੇਨਾਂ ਜਿਵੇਂ ਕਿ ਅੰਮ੍ਰਿਤਸਰ ਦਿੱਲੀ ਜਿਹੜੀ ਸਟਾਪ ਦੀ ਚੱਲਦੀ ਉਹ ਵੀ ਲੁਧਿਆਣੇ ਰੁਕੀ ਹੋਈ ਹੈ ਸਵੇਰ ਦੀ ਤਾਂ ਜਦ ਤੱਕ 4 ਵਜੇ ਤੱਕ ਦੀ ਕਾਲ ਔਰ 4 ਵਜੇ ਤੋਂ ਬਾਅਦ ਹੀ ਜਿਹੜੀ ਇਹ ਆਵਾਜਾਈ ਦਾ ਸਫ਼ਰ ਹੈ ਟ੍ਰੇਨਾਂ ਨੇ ਉਹ ਵਾਪਸ ਆਪਣੇ ਟਰੈਕ ਦੇ ਉੱਪਰ ਦੌੜਦੀਆਂ ਨਜ਼ਰ ਆਉਣਗੀਆਂ ਪਰ ਹਾਲ ਦੀ ਘੜੀ ਕਰੀਬ 4 ਘੰਟੇ ਦਾ ਸਮਾਂ ਹਾਲੇ ਹੋਰ ਬਾਕੀ ਹੈ 4 ਵਜੇ ਦੇ ਵਿੱਚ ਤਾਂ ਜਿਹੜਾ
ਆਵਾਜਾਈ ਆ ਉਸ ਦੇ ਉੱਪਰ ਬਿਲਕੁਲ ਬ੍ਰੇਕ ਲੱਗ ਚੁੱਕੀ ਹੈ ਔਰ ਅਸਰ ਪੂਰੇ ਤਰੀਕੇ ਦੇ ਨਾਲ ਜਿਹੜਾ ਕਿਸਾਨਾਂ ਦੇ ਭਾਰਤ ਬੰਦ ਅੱਜ ਪੰਜਾਬ, ਹਰਿਆਣਾ ਤੇ ਦਿੱਲੀ ਦੇ ਵਿੱਚ, ਕਿਉਂਕਿ ਦਿੱਲੀ ਦੇ ਵਿੱਚ ਬਹੁਤ ਲੰਬੀਆਂ ਕਤਾਰਾਂ ਜਿਹੜੀਆਂ ਵਾਹਨਾਂ ਦੀਆਂ ਲੱਗੀਆਂ ਹੋਈਆਂ ਨੇ। ਤਾਂ ਲਗਾਤਾਰ ਤੁਹਾਨੂੰ ਪਲ ਪਲ ਦੀ ਅਪਡੇਟ ਦੇ ਰਹੇ ਹਾਂ। ਅਸੀਂ ਲਗਾਤਾਰ ਕਿਸਾਨ ਆਗੂਆਂ ਦੇ ਨਾਲ ਰਾਬਤਾ ਕਾਇਮ ਕਰਨ ਦੀ ਵੀ ਗੱਲ ਕਰ, ਲਗਾਤਾਰ ਅਸੀਂ ਬੀਜੇਪੀ ਦੇ ਸੀਨੀਅਰ ਆਗੂ ਨਾਲ ਵੀ ਰਾਬਤਾ ਕਰਨ ਦੀ ਗੱਲ ਕਰ ਰਹੇ ਹਾਂ। ਨਿਊਜ਼ 18 ਪੰਜਾਬ ਦੀ ਵੀ ਪਹਿਲਾਂ ਕਿਤੇ ਨਾ ਕਿਤੇ ਇਸ ਮਸਲੇ ਦਾ ਹੱਲ ਜਿਹੜਾ ਉਹ ਗੱਲਬਾਤ ਦੇ ਰਾਹੀਂ ਨਿਕਲੇ, ਕਿਉਂਕਿ 10 ਮਹੀਨੇ ਦਾ ਸਮਾਂ ਹੋ ਚੁੱਕਿਆ ਔਰ 11ਵਾਂ ਮਹੀਨਾ ਸ਼ੁਰੂ ਹੋ ਚੁੱਕਿਆ ਇਸ ਕਿਸਾਨੀ ਅੰਦੋਲਨ ਨੂੰ। ਤਾਂ ਕਿਤੇ ਨਾ ਕਿਤੇ ਨਿਊਜ਼ 18 ਪੰਜਾਬ ਦੀ ਵੀ ਇਹੀ ਪਹਿਲ ਹੈ ਕਿ ਜਲਦ ਤੋਂ ਜਲਦ ਜਿਹੜਾ ਡੈਡਲੌਕ ਬਣਿਆ ਹੋਇਆ ਉਹ ਡੈਡਲੌਕ ਦੀ ਸਥਿਤੀ ਖਤਮ ਹੋਵੇ ਔਰ ਜਲਦ ਤੋਂ ਜਲਦ ਮੁੜ ਬੀਜੇਪੀ ਦੇ ਆਗੂ ਔਰ ਕਿਸਾਨ ਆਗੂ ਬੈਠਣ ਔਰ ਇਸ ਮਸਲੇ ਨੂੰ ਲੈ ਕੇ ਜਿਹੜੀ ਵਿਚਾਰ ਚਰਚਾ ਸ਼ੁਰੂ ਹੋਵੇ, ਕਿਉਂਕਿ ਜਦ ਤੱਕ ਗੱਲਬਾਤ ਦੁਬਾਰਾ ਸ਼ੁਰੂ ਨਹੀਂ ਹੁੰਦੀ ਸ਼ਾਇਦ ਇਸ ਮਸਲੇ ਦਾ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਔਰ ਕਿਤੇ ਨਾ ਕਿਤੇ ਇਹੀ ਰੋਸ ਕਿਸਾਨਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਔਰ ਅੱਜ 27 ਤਰੀਕ ਹੈ, ਕਿਉਂਕਿ ਜੇਕਰ ਗੱਲ ਕੀਤੀ ਜਾਵੇ ਪੂਰਾ 1 ਸਾਲ ਹੋ ਗਿਆ ਜਦੋਂ ਰਾਸ਼ਟਰਪਤੀ ਦੇ ਵੱਲੋਂ ਇਹਨਾਂ ਕਾਨੂੰਨਾਂ ਦੇ ਉੱਪਰ ਮੁਹਰ ਲਗਾ ਦਿੱਤੀ ਗਈ ਸੀ, ਤਾਂ ਉਸ ਦੇ ਰੋਸ ਦੇ ਵਿੱਚ ਅੱਜ 27 ਤਰੀਕ ਨੂੰ ਹੀ ਦਿਨ ਚੁਣਿਆ ਗਿਆ ਔਰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਜਿਹੜਾ ਭਾਰਤ ਬੰਦ ਦੀ ਕਾਲ ਹੈ ਉਹ ਇਸ ਵੇਲੇ ਜਾਰੀ ਹੈ। संयुक्त किसान मोर्चे की तरफ से आज पूरे भारत बंद का ऐलान किया गया है, जिसको लेकर पंजाब में एक खासा असर देखने को मिल पा रहा है। जहां एक तरफ यातायात बंद है, आवाजाही बंद है, सड़कें बंद हैं, तो वहीं दूसरी तरफ रेल यातायात भी बंद है। इस समय मैं मौजूद हूं लुधियाना के रेलवे स्टेशन पर, जहां पर शताब्दी ट्रेन जिसका सुबह 7:30 बजे का समय यहां से रवाना होने का था, वो अभी भी लुधियाना स्टेशन पर खड़ी हुई है। मैं तस्वीरें दिखाना चाहूँगा। शताब्दी ट्रेन है और अमूमन इस ट्रेन पर जो लोग सवार होते हैं वो दिल्ली के लिए पहुंचने के लिए अमूमन यहाँ पर यात्री बैठते हैं। और दिल्ली पहुंचने का जो इसका समय है लगभग 11 बजे का समय कहा जा रहा है कि 11 बजे दिल्ली पहुंचती है, पर अभी तक ये लुधियाना स्टेशन पर ही खड़ी हुई है। लोग मेरे साथ यहाँ पर यात्री कुछ मौजूद हैं, उनसे बात कर लेते हैं। मैम, क्या कहना चाहेंगे, कितने बजे यहाँ पर ट्रेन रुकी और किस तरीके से आपको अनकन्वीनियंस महसूस हो रहा है? अनकन्वीनियंस लाइक एज सच नहीं, बट हाँ हमें वेट करना पड़ रहा है, हमारा टाइम वेस्ट हो रहा है, तो उस वजह से ऑब्वियस है प्रॉब्लम आ रही है, क्योंकि 11 बजे दिल्ली पहुंचना था, सो दैट वाज इम्पॉर्टेंट। सो अब पता नहीं ट्रेन कब चलेगी, कोई कंफर्मेशन नहीं है किसी चीज़ का। आपको कुछ आइडिया था कि ऐसा कुछ बंद हो सकता है जिसमें ट्रेनें भी बंद रहेंगी? आइडिया था, बट ये भी सुनने को था कि अगर फिर वहाँ से ही ना चलाते, सोर्स से ही ना चलाते, अगर ऐसा होता तो अगर अब सोर्स से हमें लेके आए हैं तो ऑब्वियस है हमें डेस्टिनेशन तक पहुँच जाएंगे। तो हमें यही था कि ट्रेन कैंसिल नहीं हुई अमृतसर से ही, तो ट्रेन ऑब्वियस है फिर जाएगी। अगले कुछ प्लानिंग आपकी टूट गई है या ख़राब हो गई है कुछ? या वो प्लानिंग तो ऑब्वियस है ख़राब हुई है। कोई मतलब जैसे अब दिल्ली पहुंचना था 11 बजे काम के लिए आगे, तो अब वो नहीं जा पाए हैं, तो अब आई डोंट नो कि 4 बजे के बाद क्या होता है। क्या कहना चाहेंगे किसान लोगों को, क्या कहना चाहेंगे या सरकारों को क्या कहना चाहेंगे? Nothing. So I can't be biased. So they both are are well educated and both are doing well. So I don't think कि उनको मैं कुछ कहना चाहूँगी। यहाँ की हमें प्रॉब्लम हो रही है, सब सफ़र कर रहे हैं, बस यही। ਤਾਂ ਟ੍ਰੇਨਾਂ ਰੁਕ ਚੁੱਕੀਆਂ ਨੇ ਗਰਾਊਂਡ ਜ਼ੀਰੋ ਦੇ ਉੱਪਰ। ਨਿਊਜ਼ 18 ਪੰਜਾਬ ਦੀ ਟੀਮ ਆ ਤਾਂ ਸਵੇਰ ਦੀ ਹੀ ਲੁਧਿਆਣਾ ਦੇ ਵਿੱਚ ਵੀ ਜਿਹੜੀ ਸ਼ਤਾਬਦੀ ਟ੍ਰੇਨ ਹੈ 7:30 ਵਜੇ ਚੱਲਣਾ ਸੀ, ਉੱਥੇ ਹੀ ਖੜੀ ਹੋਈ ਹੈ, ਕਿਉਂਕਿ 4 ਵਜੇ ਤੱਕ ਦੀ ਕਿਸਾਨਾਂ ਦੀ ਕਾਲ। ਸਾਡੇ ਨਾਲ ਇਸ ਵੇਲੇ ਅਕਾਲੀ ਦਲ ਤੋਂ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਜੁੜ ਰਹੇ ਨੇ। ਵਲਟੋਹਾ ਸਾਹਿਬ, ਸਵਾਗਤ ਹੈ। ਤਾਂ 10 ਮਹੀਨੇ ਦਾ ਸਮਾਂ ਪੂਰਾ ਹੋ ਚੁੱਕਿਆ ਔਰ ਅੱਜ 27 ਤਰੀਕ ਨੂੰ 1 ਸਾਲ ਪੂਰਾ ਹੋ ਗਿਆ ਜਦੋਂ ਰਾਸ਼ਟਰਪਤੀ ਨੇ ਵੀ ਮਨਜ਼ੂਰੀ ਦਿੱਤੀ ਸੀ, ਕਿਤੇ ਨਾ ਕਿਤੇ ਆਪਣੀ ਸਮਰਥਨ ਦੇ ਦਿੱਤਾ ਸੀ। ਔਰ ਇਸੇ ਰੋਜ਼ ਵਜੋਂ ਅੱਜ ਸਵੇਰੇ 6 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੇ ਕਿਸਾਨਾਂ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਕੀ ਲੱਗਦਾ ਕਿ ਇਸ ਤਰੀਕੇ ਦੇ ਨਾਲ ਇਸ ਮਸਲੇ ਦਾ ਹੱਲ ਨਿਕਲੇਗਾ ਜਾਂ ਕੋਈ ਹੋਰ ਰਸਤਾ ਲੱਭਣ ਦੀ ਜ਼ਰੂਰਤ ਹੈ? ਦੇਖੋ ਭੁੱਲਰ ਸਾਹਿਬ, ਲੋਕਤੰਤਰ ਦੇ ਵਿੱਚ ਕਿਸੇ ਨੂੰ ਵੀ ਆਪਣੇ ਹੱਕਾਂ ਵਾਸਤੇ ਲੜਨ ਦਾ, ਆਵਾਜ਼ ਉਠਾਉਣ ਦਾ ਤੇ ਅਜਿਹੇ ਪ੍ਰਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ। ਤੇ ਜਦੋਂ ਜਨਤਾ ਸੜਕਾਂ ਤੇ ਉਤਰ ਕੇ, ਜਿਸ ਤਰ੍ਹਾਂ ਕਿ ਹੁਣ ਕਿਸਾਨ ਸੜਕਾਂ ਤੇ ਉਤਰੇ ਨੇ, ਜਿਹੜੇ 3 ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਲਗਭਗ 1 ਸਾਲ ਤੋਂ ਹੀ ਆਪਾਂ ਕਹਿ ਲਈਏ ਜਦੋਜਹਿਦ ਕਰ ਰਹੇ ਨੇ। ਤੇ ਹੁਣ ਦੇਖੋ ਜੀ, ਅੱਜ ਬੰਦ ਹੈ ਤੇ ਇਹਦੇ ਨਾਲ ਇਹ ਵੀ ਮੈਸੇਜ ਸਾਹਮਣੇ ਆਉਂਦਾ ਹੈ ਕਿ ਲੋਕਾਂ ਦਾ ਕਿਸਾਨਾਂ ਦੇ ਨਾਲ ਸਮਰਥਨ ਹੈ। ਲੋਕ ਚਾਹੁੰਦੇ ਨੇ ਕਿ ਜਿਹੜੀ ਕਿਸਾਨਾਂ ਵਿਰੁੱਧ ਕਾਨੂੰਨ ਪਾਸ ਕੀਤੇ ਗਏ ਨੇ ਉਹ ਰੱਦ ਕੀਤੇ ਜਾਣ। ਔਰ ਦੂਸਰੇ ਬੰਨੇ ਦੇਖੋ ਕਿੱਡਾ ਵੱਡਾ ਨੁਕਸਾਨ ਹੋ ਰਿਹਾ ਹੈ
ਕਿੱਡਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ, ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਜੀ। ਇਹਨਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ, ਆਰਥਿਕ ਨੁਕਸਾਨਾਂ ਨੂੰ ਰੋਕਣ ਵਾਸਤੇ, ਕਿਸਾਨਾਂ ਦੀ ਮੰਗ ਜਿਹੜਾ ਕਿ ਉਹਨਾਂ ਦੇ ਹੱਕ ਹੈ ਉਹ ਮੰਨਣ ਵਾਸਤੇ ਫਰਜ਼ ਬਣਦਾ ਸਰਕਾਰਾਂ ਦਾ। ਔਰ ਸਰਕਾਰ ਸ਼ਾਇਦ ਜਿਹੜੀ ਆ, ਦੇਖੋ ਕਿ ਜਿਹੜੇ ਲੋਕ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ ਕਿਸਾਨ, ਸਰਦੀਆਂ ਦੇ ਵਿੱਚ, ਗਰਮੀਆਂ ਦੇ ਵਿੱਚ, ਮੀਂਹਾਂ ਦੇ ਵਿੱਚ, ਹਨੇਰੀਆਂ ਦੇ ਵਿੱਚ, ਝੱਖੜਾਂ ਦੇ ਵਿੱਚ, ਮੋਹਲੇ ਧਾਰ ਬਾਰਿਸ਼ਾਂ ਦੇ ਵਿੱਚ ਵੀ ਉਹ ਡਟੇ ਹੋਏ ਨੇ। ਤੇ ਜੇ ਉਹ ਉਹਨਾਂ ਦੀ ਦੁੱਖ ਤਕਲੀਫ ਨਹੀਂ ਸਮਝਦੇ ਤੇ ਮੇਰਾ ਨਹੀਂ ਖਿਆਲ ਕਿ ਜੇ ਸਰਕਾਰ ਜਿਹੜੀ ਇੰਨੀ ਢੀਠ ਹੋ ਚੁੱਕੀ ਹੈ ਕਿ ਉਹ ਜਿਹੜੇ ਆ ਅਜਿਹੇ ਕਦਮਾਂ ਦੇ ਨਾਲ ਵੀ ਹਿੱਲਣ ਵਾਲੀ। ਪਰ ਫਿਰ ਵੀ ਲੋਕਤੰਤਰ ਦੇ ਵਿੱਚ ਇਹੀ ਤਰੀਕੇ ਹੁੰਦੇ ਤੇ ਸਾਡੀ ਤੇ ਸਰਕਾਰ ਨੂੰ ਇਹੀ ਗੁਜ਼ਾਰਿਸ਼ ਹੈ ਕਿ ਸਰਕਾਰ ਜਿਹੜੀ ਹੈ ਇਸ ਅਜਿਹੇ ਕਦਮ ਚੁੱਕੇ। ਹੁਣ ਜਿਹੜੇ ਕਾਨੂੰਨ ਨੇ ਜਿਨ੍ਹਾਂ ਵਾਸਤੇ ਬੜੀ ਲੰਬੀ ਜਦੋਜਹਿਦ ਜਿਹੜੀ ਹੈ ਕਿਸਾਨਾਂ ਨੇ ਕੀਤੀ ਹੈ ਤੇ ਕਰ ਰਹੇ ਨੇ, ਉਹ ਕਾਲੇ ਕਾਨੂੰਨ ਜਿਹੜੇ ਆ ਰੱਦ ਕੀਤੇ ਜਾਣ। ਜੀ ਬਿਲਕੁਲ ਬਲਟੋਹਾ ਸਾਹਿਬ, ਬਹੁਤ ਬਹੁਤ ਧੰਨਵਾਦ ਹੈ। ਸਨ ਸੀਨੀਅਰ ਅਕਾਲੀ ਆਗੂ ਬਿਰਸਾ ਸਿੰਘ ਬਲਟੋਹਾ ਜਿਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਰੋਸ ਮੁਜ਼ਾਹਰਾ ਕਰਨ ਦਾ ਜਿਹੜਾ ਅਧਿਕਾਰ, ਔਰ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਚਾਹੀਦਾ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਲੰਬੇ ਸਮੇਂ ਤੋਂ ਡਟੇ ਹੋਏ ਨੇ ਇਸ ਅੰਦੋਲਨ ਨੂੰ ਲੈ ਕੇ, ਉਹਨਾਂ ਨੂੰ ਕਿਸਾਨਾਂ ਦੀ ਗੱਲ ਮੰਨਣੀ ਚਾਹੀਦੀ। ਸਾਡੇ ਨਾਲ ਇਸ ਵੇਲੇ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਜੁੜ ਰਹੇ ਨੇ। ਬੂਟਾ ਜੀ, ਸਵਾਗਤ ਤੁਹਾਡਾ ਵੀ ਨਿਊਜ਼ 18 ਪੰਜਾਬ ਦੇ ਉੱਪਰ। ਤਾਂ ਸਵੇਰ ਤੋਂ ਹੀ ਜਿਹੜੀ ਭਾਰਤ ਬੰਦ ਦੀ ਕਾਲ ਹੈ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ, ਹਰਿਆਣਾ ਤੇ ਦਿੱਲੀ ਦੇ ਵਿੱਚ ਖਾਸ ਤੌਰ ਦੇ ਉੱਪਰ, ਔਰ ਲੋਕ ਵੀ ਉੱਥੇ ਖੜੇ ਨੇ। ਕਿਤੇ ਨਾ ਕਿਤੇ ਬ੍ਰੇਕ ਲੱਗ ਚੁੱਕੀ ਹੈ, ਆਵਾਜਾਈ ਉੱਥੇ ਰੁਕ ਚੁੱਕੀ ਆ। ਤਾਂ ਕੀ ਲੱਗਦਾ ਕਿ ਹਾਲਾਂਕਿ 10 ਮਹੀਨੇ ਹੋ ਚੁੱਕੇ ਨੇ, ਪਰ ਜਿਸ ਤਰੀਕੇ ਦਾ ਡੈਡਲੌਕ ਬਣਿਆ ਹੋਇਆ ਤੋਂ ਲੱਗਦਾ ਕਿ ਜਿਹੜਾ ਅੱਜ ਦਾ ਬੰਦ ਦਾ ਭਾਵੇਂ ਅਸਰ ਦੇਖਣ ਨੂੰ ਮਿਲ ਰਿਹਾ, ਪਰ ਕੀ ਇਸ ਦਾ ਕੋਈ ਸੁਨੇਹਾ ਸਰਕਾਰ ਦੇ ਕੰਨ ਤੱਕ ਪਹੁੰਚੇਗਾ? ਬੰਦ ਕਰਕੇ ਜਿਹੜੀ ਗੂੰਗੀ ਬੋਲੀ ਸਰਕਾਰ ਹੈ ਉਹਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਯਤਨ ਕਰ ਰਹੇ ਆ। 10 ਮਹੀਨੇ ਹੋ ਗਏ ਸਰਕਾਰ ਸੁੱਤੀ ਪਈ ਹੈ। ਸਰਕਾਰ ਨੂੰ ਪਤਾ ਨਹੀਂ ਲੱਗਦਾ ਕਿ ਸਾਰਾ ਦੇਸ਼ ਸੜਕਾਂ ਦੇ ਉੱਤੇ ਆਇਆ ਪਿਆ। ਅੱਜ ਦਾ ਜਿਹੜਾ ਬੰਦ ਹੈ ਇਹ ਸਾਰੇ ਦੇਸ਼ ਦੇ ਅੰਦਰ ਤਕਰੀਬਨ ਬਹੁਤ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਹਰ ਵਰਗ ਨੇ ਆਪਣੇ ਆਪ ਇਹਨੂੰ ਸਹਿਯੋਗ ਕੀਤਾ ਹੈ। ਹਰ ਵਰਗ ਇਹ ਗੱਲ ਨੂੰ ਸਮਝ ਚੁੱਕਿਆ ਕਿ ਮੋਦੀ ਨੇ ਦੇਸ਼ ਬਰਬਾਦ ਕਰਕੇ ਰੱਖਤਾ, ਹਰ ਕਾਰੋਬਾਰ ਠੱਪ ਕਰਕੇ ਰੱਖਤਾ, ਹਰ ਕਾਰੋਬਾਰ ਬੰਦ ਕਰਕੇ ਰੱਖਤਾ। ਸਾਡਾ ਵਿੱਚ ਇਹੀ ਸੰਕੇਤ ਸੀ ਵੀ ਮੋਦੀ ਨੇ ਸਾਰੇ ਕਾਰੋਬਾਰ ਬੰਦ ਕੀਤੇ ਨੇ। ਅਸੀਂ ਅੱਜ ਭਾਰਤ ਬੰਦ ਕਰਕੇ ਇਸ ਗੂੰਗੀ ਤੇ ਬੋਲੀ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਹੈ ਜਿਹੜੀ ਉਹ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਵੀ ਭਾਰਤ ਬੰਦ ਕਰਕੇ ਆਪਣੀ ਆਵਾਜ਼ ਹੈ ਜਿਹੜੀ ਉਸ ਤੱਕ ਪਹੁੰਚਾ ਰਹੇ ਹਾਂ। ਬਿਲਕੁਲ ਬਿਲਕੁਲ ਬੂਟਾ ਜੀ, ਤਾਂ ਲੋਕਤੰਤਰ ਦੇ ਵਿੱਚ ਤੁਹਾਨੂੰ ਅਧਿਕਾਰ ਮਿਲਿਆ ਹੋਇਆ, ਠੀਕ ਹੈ, ਪਰ ਦੂਸਰੇ ਪਾਸੇ ਜ਼ਿਆਦਾਤਰ ਲੋਕ ਇਹ ਜਿਹੜੇ ਕਿ ਸਵੇਰ ਦੇ ਪਰੇਸ਼ਾਨ ਹੋ ਰਹੇ ਨੇ, ਖੱਜਲ ਖੁਆਰੀ ਹੋ ਰਹੀ ਹੈ ਕਿਉਂਕਿ ਟ੍ਰੇਨਾਂ ਰੁਕ ਗਈਆਂ ਰੱਦ ਵਿਚਾਲੇ। ਤਾਂ ਕਈ ਲੋਕ ਬਹੁਤ ਪਰੇਸ਼ਾਨ ਹੋ ਰਹੇ ਨੇ, ਦਿੱਕਤ ਆ ਰਹੀ, ਉਹਨਾਂ ਨੂੰ ਕਿਹਾ ਸੀ ਕਿਤੇ ਨਾ ਕਿਤੇ ਇਸ ਚੀਜ਼ ਦਾ ਵੀ ਥੋੜਾ ਜਿਹਾ ਖਿਆਲ ਹੋ ਸਕਦਾ ਹੈ। ਇਹ ਬਿਲਕੁਲ ਠੀਕ ਹੈ ਜੀ, ਗੱਲ ਤੁਹਾਡੀ ਅਸੀਂ ਮੰਨਦੇ ਆ। ਮੈਂ ਤਾਂ ਪਰਸੋਂ ਹੀ ਕਹਿ ਰਿਹਾ ਸੀ, ਮੈਂ ਤਾਂ ਪਰਸੋਂ ਹੀ ਮਾਫੀ ਵੀ ਮੰਗ ਰਿਹਾ ਸੀ ਵੀ ਹਰ ਵਰਗ ਆ ਜਿਹੜਾ ਉਹ ਇਸ ਦਿਨ ਕਿਸੇ ਪਾਸੇ ਕੋਈ ਐਮਰਜੈਂਸੀ ਹੋਵੇ ਜਾਏ, ਤੇ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਲੰਘਣ ਵੀ ਦੇ ਰਹੇ ਹਾਂ। ਠੀਕ ਹੈ ਜੀ, ਵੀ ਕੋਈ ਘਰੋਂ ਨਾ ਨਿਕਲੇ ਉਸ ਦਿਨ 4 ਵਜੇ ਤੱਕ, ਸਵੇਰੇ 6 ਤੋਂ ਲੈ ਕੇ 4 ਵਜੇ ਤੱਕ, ਤੇ 4 ਵਜੇ ਤੋਂ ਬਾਅਦ ਆਪਣਾ ਜੇ ਕਿਸੇ ਨੇ ਜਾਣਾ ਕਿਸੇ ਬੰਨੇ ਉਹ ਪ੍ਰੋਗਰਾਮ ਲਿਖ ਲਵੇ। ਇਸੇ ਕਰਕੇ ਪਹਿਲਾਂ ਕਈਆਂ ਦਿਨਾਂ ਤੋਂ ਹੀ ਐਲਾਨ ਹੋਇਆ ਸੀ, ਪਰ ਫਿਰ ਵੀ ਅਸੀਂ ਜਿਹਨੂੰ ਕਿਸੇ ਨੂੰ ਪ੍ਰੋਬਲਮ ਆਈ ਹੈ ਸਾਡੇ ਕਰਕੇ ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਹਾਂ ਕਿ ਸਾਡੇ ਕਾਰਨ, ਪਰ ਸਾਡੀ ਇਹ ਮਜਬੂਰੀ ਹੈ। ਅਸੀਂ ਖੁਸ਼ੀ ਨਾਲ ਨਹੀਂ ਬੈਠੇ, ਇਹ ਸਾਰੇ ਦੇਸ਼ ਵਾਸਤੇ ਬੈਠੇ ਆ ਤੇ ਉਹ ਲੋਕ ਵੀ ਇਸੇ ਦੇਸ਼ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਅੱਜ ਦੀ ਪਰੇਸ਼ਾਨੀ ਹੋ ਰਹੀ ਹੈ, ਤੇ ਪਰੇਸ਼ਾਨੀ ਆਪਾਂ ਸਾਰਿਆਂ ਨੂੰ ਹੋ ਰਹੀ ਹੈ ਇਹਦੇ ਵਿੱਚ, ਤੇ ਹੁਣ ਚੱਲਣੀ ਪੈਣੀ ਹੈ ਮਾੜੀ ਮੋਟੀ ਜਿਹੜੀ। ਬੂਟਾ ਜੀ ਕੀ ਲੱਗ ਰਿਹਾ ਅੱਗੇ 10 ਮਹੀਨੇ ਹੋ ਚੁੱਕੇ ਨੇ, ਕਿ ਸਾਲ ਪੂਰਾ ਹੋਣ ਤੋਂ ਪਹਿਲਾਂ ਲੱਗਦਾ ਕਿ ਇਸ ਮਸਲੇ ਦਾ ਹੱਲ ਨਿਕਲਦਾ ਨਜ਼ਰ ਆ ਰਿਹਾ ਹੈ? ਦੇਖੋ ਸਰਕਾਰ ਢੀਠ ਹੈ ਪਰ ਨਿਕਲੇਗਾ, ਸਰਕਾਰ ਨੂੰ ਕੱਢਣਾ ਤਾਂ ਪੈਣਾ ਹੀ ਹੈ ਨਾ, ਹਲ ਤਾਂ ਕੱਢਣਾ ਪਊਗਾ ਸਰਕਾਰ ਨੂੰ। ਪਰ ਢੀਠ ਸਰਕਾਰ ਹੈ, ਕਿਉਂ ਅੜੀ ਹੈ ਜੇ, ਇਹਨੂੰ ਮੰਨਣਾ ਪਊਗਾ। ਅਸੀਂ ਨਹੀਂ ਤਾਂ 2024 ਤੱਕ ਇਹ ਲਿਜਾ ਸਕਦੇ ਹਾਂ, ਬੈਠੇ ਰਹਾਂਗੇ, ਕੋਈ ਦਿੱਕਤ ਨਹੀਂ, ਪਰ ਸਰਕਾਰ ਦੀਆਂ ਗੋਡੀਆਂ ਲਵਾ ਕੇ ਛੱਡਾਂਗੇ ਬਿਲਕੁਲ। ਤਾਂ ਤੁਹਾਨੂੰ ਲੱਗ ਰਿਹਾ ਕਿ ਜਿਸ ਤਰੀਕੇ ਦੇ ਨਾਲ ਅੱਜ ਸਵੇਰੇ ਵੀ ਸਾਡੇ ਨਿਊਜ਼ 18 ਪੰਜਾਬ ਦੇ ਉੱਪਰ ਗੱਲ ਹੋਈ ਸੀ, ਹਰਜੀਤ ਗਰੇਵਾਲ ਨੇ ਕਿਹਾ ਸੀ ਕਿ ਸਰਕਾਰ ਤਾਂ ਕਿਤੇ ਨਾ ਕਿਤੇ ਗੱਲਬਾਤ ਕਰਨ ਦੇ ਲਈ ਤਿਆਰ ਹੈ, ਪਰ ਕੋਈ ਰਸਤਾ ਤਾਂ ਮਿਲੇ ਕਿਸਾਨਾਂ ਵਾਲੇ ਪਾਸਿਓਂ। ਰਸਤਾ ਤਾਂ ਹੀ ਦਿੱਤਾ ਹੈ ਸਰਕਾਰ, ਡੈਡਲਾਕ ਖਤਮ ਕਰੇ, ਰਸਤਾ ਆਪੇ ਨਿਕਲ ਆਉਣਾ। ਜੇ ਆਪਾਂ ਦੋਏ ਤੇਰਾ ਉਧਰ ਹੀ ਬਹਿ ਲਈਏ ਰਸਤਾ ਨਹੀਂ ਨਿਕਲਦਾ। ਰਸਤਾ ਉਦੋਂ ਨਿਕਲੂਗਾ ਜਿੱਦਣ ਡੈਡਲਾਕ ਖਤਮ ਹੋਏਗਾ, ਗੱਲ ਚੱਲੇਗੀ, ਟੇਬਲ ਟਾਕ ਹੋਊਗਾ, ਫਿਰ ਰਸਤਾ ਨਿਕਲ ਆਵੇਗਾ। ਸਰਕਾਰ ਗੱਲਬਾਤ ਤਾਂ ਤੋਰੇ ਨਾ। ਠੀਕ ਹੈ ਬੂਟਾ ਜੀ, ਬਹੁਤ ਬਹੁਤ ਧੰਨਵਾਦ ਹੈ। ਸਨ ਬੂਟਾ ਸਿੰਘ ਸ਼ਾਦੀਪੁਰ ਜਿਹੜੇ ਕਿਸਾਨ ਆਗੂ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿ ਜਿਸ ਤਰੀਕੇ ਦੇ ਨਾਲ ਲੋਕ ਭਾਵੇਂ ਪਰੇਸ਼ਾਨ ਹੋ ਰਹੇ ਨੇ, ਉਹਨਾਂ ਨੇ ਇਸ ਗੱਲ ਦਾ ਖਿਆਲ ਹੈ ਔਰ ਉਹਨਾਂ ਨੇ ਮਾਫੀ ਮੰਗੀ ਹੈ ਨਿਊਜ਼ 18 ਪੰਜਾਬ ਦੇ ਉੱਪਰ, ਪਰ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਉਹ ਆਪਣੇ ਹੱਕਾਂ ਦੇ ਲਈ
ਲੜ ਰਹੇ ਨੇ ਔਰ ਜਦ ਤੱਕ ਸਰਕਾਰ, ਕੇਂਦਰ ਸਰਕਾਰ ਉਹਨਾਂ ਦੀ ਗੱਲ ਨਹੀਂ ਮੰਨ ਲੈਂਦੀ, ਸ਼ਾਇਦ ਉਹ ਪਿੱਛੇ ਹਟਣ ਵਾਲੇ ਨਹੀਂ। ਇਹ ਅੰਦੋਲਨ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ। ਲਗਾਤਾਰ ਅਸੀਂ ਤੁਹਾਨੂੰ ਵੀ ਗਰਾਊਂਡ ਜ਼ੀਰੋ ਤੋਂ ਪਲ ਪਲ ਦੀ ਅਪਡੇਟ ਦੇ ਰਹੇ ਹਾਂ, ਕਿਸ ਤਰੀਕੇ ਦੇ ਨਾਲ ਹਰ ਪਾਸੇ ਇਸ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ, ਖਾਸ ਤੌਰ ਦੇ ਉੱਪਰ ਪੰਜਾਬ, ਹਰਿਆਣਾ ਤੇ ਦਿੱਲੀ ਦੇ ਵਿੱਚ, ਕਿਉਂਕਿ ਸਾਰੀ ਆਵਾਜਾਈ ਠੱਪ ਹੋ ਚੁੱਕੀ ਹੈ, ਉੱਥੇ ਹੀ ਖੜੀ ਹੈ, ਕਿਉਂਕਿ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਜਿਹੜੀ ਕਿਸਾਨਾਂ ਦੀ ਕਾਲ ਸੀ ਭਾਰਤ ਬੰਦ ਦੀ, ਉਸ ਦੇ ਉੱਪਰ ਕਿਤੇ ਨਾ ਕਿਤੇ ਕਿਸਾਨ ਡਟੇ ਹੋਏ ਨੇ, ਪਹਿਰਾ ਦੇ ਰਹੇ ਨੇ। ਸਾਰੇ ਹੀ ਹਾਈਵੇ ਤੇ, ਸਟੇਟ ਹਾਈਵੇ ਤੇ ਨੈਸ਼ਨਲ ਹਾਈਵੇ ਮੁਕੰਮਲ ਤੌਰ ਦੇ ਉੱਪਰ ਬੰਦ ਕਰ ਦਿੱਤੇ ਗਏ ਨੇ। ਕੇਵਲ ਐਮਰਜੈਂਸੀ ਸੇਵਾਵਾਂ ਜਾਂ ਕਿਸੇ ਦਾ ਕੋਈ ਐਗਜ਼ਾਮ ਵਗੈਰਾ ਜਾਂ ਕੋਈ ਬਹੁਤ ਹੀ ਜ਼ਰੂਰੀ ਕਿਸੇ ਨੂੰ ਕੰਮ ਆ, ਸਿਰਫ ਉਹਨਾਂ ਨੂੰ ਹੀ ਜਿਹੜੇ ਬੈਰੀਅਰ ਨੇ ਉਹ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ, ਵਰਨਾ 4 ਵਜੇ ਤੱਕ ਤੁਸੀਂ ਜਿੱਥੇ ਹੈਗੇ ਹੋ ਤੁਹਾਨੂੰ ਉੱਥੇ ਹੀ ਰੁਕਣਾ ਪਵੇਗਾ। ਤਾਂ ਇੱਥੇ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਪਰ ਖਬਰਾਂ ਜਾਰੀ ਨੇ, ਪਲ ਪਲ ਦੀ ਅਪਡੇਟ ਤੁਹਾਨੂੰ ਦੱਸਾਂਗੇ ਕਿੱਥੇ ਕੀ ਸਥਿਤੀ ਹੈ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ।